सोरठ महला पंजवा। माया मोह मगन अंधियारे, देवन हार न जाने। जियो पिंड साज जिन रचिया, बल पनो कर माने। मन मूड़े देख रहो प्रभु स्वामी, जो किश करे सोई सोई जाने। रहे न कछुए शानी। गुरु अर्जन देव जी कहते हैं जिहड़ा इंसान है ना, वो माया दे मोह दे विच फस के मगन होके मस्त होके करतार दियां रहमतां नूं भुल जांदा, विसार दिंदा, याद नहीं रखदा। जियो पिंड साज जिन रचिया, बल अपनो कर माने। देखो जिस चीज नाल आपां प्यार करांगे ना, मोह करांगे, उहदे जैसे असीं हो जांगे। कहंदे ने नोटां दा दीवाना, ਉਹਦੀ सोच सुंगड़ के नोट जिड्डी हो जाती है। चीज़ां नूं प्यार करन वाले लोग जिहड़े ने ना, वो चीज़ां वर्गे हो जाते हैं। देखण दे विच आया है, माया मोह मगन अंधियारे, देवन हार न जाने। इस करके मगन होके मस्त होके माया दे मोह दे विच देवन हार न जाने। रब दे प्यारे जिहड़े हन ना, प्यार करन वाले, उन्हां दा जीवन इदां दा नहीं हुंदा। वो मगन नहीं हुंदे, मोह च नहीं पैंदे, कादे विकारां दे, माया दे, करतार दीयां नियामतां नूं कदे भुलदे नहीं। कहंदे जियो पिंड साज जिन रचिया, बल पनो कर माने। असल दे विच जे देखिया जावे इंसान दा इत्थे कुछ भी नहीं, इंसान दा कुछ भी नहीं, ना कुछ फूकियां मोहरां लाइयां होईयां ने। कहंदे जी आ शरीर भी तेरा, गुरु अर्जन देव जी कहंदे वाहिगुरू। आ आत्मा जियो पिंड, ये सब तेरी आ। शरीर भी तेरा ही आ बख्शिया, ये सब तू साजिया। पर मैं बल अपनों कर माने। मैं शरीर नूं भी अपना मन्नी फिरदा। वो शरीर जिहड़ा जोर आ बोलण दा, सुनन दा, उहनूं भी अपना मानदा। हंकार विच आके दातां भी तेरियां ने, जोत भी तेरी आ, सूरत भी तेरी है। साडी सिर्फ बहुत सियाणप हौमे मेरी, साडी सिर्फ लाई हुई मोहर आ। शरीर ते भी ये मेरा है। जिवें कंपनी कोई हुंदी आ, वो प्रोडक्ट कोई तैयार करदा, मेहनत कोई करदा, कंपनियां उहदे ते अपना टैग ला के कह दिंदियां ने चीज़ साडी है, खरीद लैंदियां ने। ਉਹਦੀ ਐਡਵਰਟੀਜ਼ਮੈਂਟ ਆਉਂਦੀ ਆ, ਮਸ਼ਹੂਰੀਆਂ ਦਿੰਦੀਆਂ ਨੇ। ਦੇਖਣ ਵਾਲੇ ਨੂੰ ਲੱਗਦਾ ਵੀ ਇਹ ਚੀਜ਼ ਇਹਨਾਂ ਨੇ ਤਿਆਰ ਕੀਤੀ ਆ, ਜਦ ਕਿ ਉਹਦੀ ਅਸਲੀ ਮਾਲਕ ਕੋਈ ਹੋਰ ਹੁੰਦੇ ਨੇ। ਇੱਦਾਂ ਹੀ ਮਾਂ ਪਿਓ ਤੋਂ ਇਹ ਸਰੀਰ ਆਇਆ, ਬੰਦੇ ਦਾ ਨਹੀਂ। ਵਿੱਚ ਰਹਿਣ ਵਾਲੀ ਜੋਤ ਆਤਮਾ ਤੋਂ ਆਈ ਆ, ਇਨਸਾਨ ਦੀ ਨਹੀਂ। ਨਾਮ ਸਾਡਾ ਇਹ ਵੀ ਦਾਦਾ ਦਾਦੀ, ਨਾਨਾ ਨਾਨੀ, माँ प्यो तो होर रिश्तेदारां ने रखिया, इहदे विच भी साडा नहीं कुछ। अगे जे देखिया जावे, स्कूल जाने आ, बच्चे नूं पढ़ाउने आ, भाषा सिखाउने आ, भी दूजा बंदा ही सिखाउंदा। अध्यापक विचार दिंदे ने, पढ़ाउंदे ने, वो सिक्ख्या भी दूजियां दी होई आ। ਜਿਹੜੇ ਦੁੱਖ ਮਿਲੇ ਸਾਨੂੰ ਵੀ ਦੂਜਿਆਂ ਨੇ ਦਿੱਤੇ, ਉਹ ਵੀ ਦੂਜਿਆਂ ਦੇ।
ਸੁੱਖ ਦਿੱਤੇ ਉਹ ਵੀ ਕਿਸੇ ਦੂਜੇ ਨੇ ਦਿੱਤੇ, ਉਹਨਾਂ ਨੂੰ ਵੀ ਸਾਂਭਿਆ, ਦੁੱਖਾਂ ਨੂੰ ਵੀ ਸਾਂਭ ਰੱਖਿਆ। ਸਭ ਪਰਾਇਆ ਹੈ, ਸਭ ਓਪਰਾ ਹੈ, ਸਭ ਬੇਗਾਨਾ ਹੈ। ਅੰਤਲੇ ਸਮੇਂ ਦੇ ਵਿੱਚ ਫਿਰ ਇਹ ਚੀਜ਼ਾਂ ਛਿੰਨ ਦੇ ਵਿੱਚ ਕੌੜੀਆਂ ਹੋ ਜਾਂਦੀਆਂ, ਬੇਗਾਨੀਆਂ ਹੋ ਜਾਂਦੀਆਂ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਕੋ। ਨਾ ਤਾਂ ਸਰੀਰ ਆਪਣਾ ਮਾਂ ਪਿਓ ਤੋਂ ਆਇਆ, ਇਹ 'ਚ ਮਾਂ ਦੀ ਅੰਸ਼ ਮੌਜੂਦ ਆ, ਪਿਤਾ ਦੇ ਕਣ ਮੌਜੂਦ ਨੇ। ਵਿੱਚ ਰਹਿਣ ਵਾਲੀ ਜੋਤ ਆਤਮਾ ਤੋਂ ਆਈ ਆ, ਆਤਮਾ ਜਿਹੜੀ ਪਰਮਾਤਮਾ ਤੋਂ ਆਈ ਆ, ਇਹ 'ਚ ਪਰਮਾਤਮਾ ਦੀ ਅੰਸ਼ ਮੌਜੂਦ ਆ। ਕਹੋ ਕਬੀਰੇ ਰਾਮ ਕੀ ਅੰਸ਼। ਨਾਮ ਵੀ ਆਪਣਾ ਨਹੀਂ, ਨਾਮ ਵੀ ਕਿਸੇ ਦੂਜੇ ਨੇ ਰੱਖਿਆ, ਜੋ ਰੱਖਿਆ ਅਸੀਂ ਮੰਨ ਲਿਆ। ਕਿਸੇ ਨੇ ਨਿੰਦਿਆ ਕਰ ਦਿੱਤੀ ਸਾਡੀ, ਉਹ ਵੀ ਸਾਂਭ ਲਈ, ਉਹ ਵੀ ਕਿਸੇ ਨੇ ਕੀਤੀ ਆ, ਬੇਗਾਨੀ ਆ। ਕਿਸੇ ਨੇ ਉਸਤਤ ਕੀਤੀ, ਉਹ ਵੀ ਸਾਂਭ ਕੇ ਰੱਖ ਲਈ, ਉਹ ਵੀ ਬੇਗਾਨੀ ਆ। ਇੱਥੇ ਹਰ ਚੀਜ਼ ਬੇਗਾਨੀ ਹੈ, ਓਪਰੀ ਆ, ਦੂਜਿਆਂ ਦੀ ਦਿੱਤੀ ਹੋਈ ਆ ਸਾਨੂੰ, ਜੋ ਅਸੀਂ ਸਾਂਭੀ ਹੈ। ਇਸ ਕਰਕੇ ਕਹਿੰਦੇ ਜੀਓ ਪਿੰਡ ਸਾਜ ਜਿਨ ਰਚਿਆ, ਬਾਲਕ ਨੂੰ ਕਰਮਾਂਦੇ। ਇਨਸਾਨ ਬੁੱਧੀ ਦਾ ਕਰਤਾ, ਅਕਲ ਦਾ ਕਰਤਾ ਤੇ ਬਲ ਦਾ ਕਰਤਾ, ਆਪਣੇ ਆਪ ਨੂੰ ਮੰਨਦਾ। ਦੇਵਨ ਹਾਰ ਨਾ ਜਾਣੇ, ਰੱਬ ਨੂੰ ਕੁਝ ਸਮਝਦਾ ਹੀ ਨਹੀਂ, ਇਹ ਖੁਦ ਰੱਬ ਬਣ ਜਾਂਦਾ। ਜਿੱਦਾਂ ਹਰਨਾਕ ਸੀ, ਉਹਨੂੰ ਹੰਕਾਰ ਹੋ ਗਿਆ ਸੀ। ਉਹਦਾ ਪੁੱਤਰ ਸੀ, ਬਹੁਤ ਪਿਆਰਾ ਸੀ, ਬੱਚਾ ਸੀ, ਉਹਦਾ ਨਾਂ ਸੀ ਪ੍ਰਹਿਲਾਦ। ਇਹਨੇ ਆਖਿਆ ਕਿ ਪੁੱਤਰ ਤੂੰ ਮੇਰਾ ਨਾਮ ਜਪਿਆ ਕਰ, ਤੇਰਾ ਰੱਬ ਮੈਂ ਹਾਂ, ਰਾਮ ਨਹੀਂ। ਕਹਿਣ ਲੱਗਾ ਪਿਤਾ ਜੀ ਮੈਂ ਤਾਂ ਉਹਦਾ ਨਾਮ ਜਪੂੰਗਾ ਜਿਹਨੇ ਤੁਹਾਨੂੰ ਸਾਜਿਆ, ਤੁਹਾਨੂੰ ਬਣਾਇਆ, ਜੋ ਤੁਹਾਨੂੰ ਵੀ ਦਿੰਦਾ ਰਿਜ਼ਕ, ਮੈਨੂੰ ਵੀ ਦਿੰਦਾ। ਰਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਮੈਂ ਤਾਂ ਉਹ ਰਾਮ ਦਾ ਨਾਮ ਜਪੂੰਗਾ, ਤੁਹਾਡਾ ਨਹੀਂ ਜਪ ਸਕਦਾ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ। ਇਹਨੇ ਪ੍ਰਹਿਲਾਦ ਨੂੰ ਕੋਠੇ 'ਚ ਬੰਦ ਕਰ ਦਿੱਤਾ। ਪਰ ਨਿਰਭਉ ਬਾਲਕ ਮੂਲ ਨ ਡਰਈ, ਮੇਰੇ ਅੰਤਰ ਗੁਰੂ ਗੋਪਾਲਾ। ਪ੍ਰਹਿਲਾਦ ਡਰਿਆ ਨਹੀਂ, ਬੱਚਾ ਸੀ ਭਾਵੇਂ, ਪਰਮਾਤਮਾ ਦੇ ਨਾਮ ਦਾ ਸਹਾਰਾ ਲਿਆ ਉਹਨੇ, ਤੇ ਨਰਸਿੰਘ ਰੂਪ ਹੋ ਕੇ ਅਵਤਾਰ ਧਾਰ ਕੇ ਰੱਬ ਜੀ ਨੇ ਉਹਦੀ ਰੱਖਿਆ ਕੀਤੀ ਹੈ। ਏਦਾਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਮੇਸ਼ਾ ਹੀ ਕਰਤੇ ਦੀਆਂ ਨਿਆਮਤਾਂ ਨੂੰ ਕਦੇ ਨਾ ਭੁੱਲੋ, ਕਰਤਾਰ ਦੀਆਂ ਦਾਤਾਂ ਨੂੰ ਸਦਾ ਹੀ ਚੇਤੇ ਰੱਖੋ। ਸੁਣਨ ਦੀ ਸ਼ਕਤੀ ਉਹਦੀ ਦਿੱਤੀ, ਚੱਲਣ ਦੀ ਸ਼ਕਤੀ ਉਹਦੀ ਦਿੱਤੀ ਹੈ, ਬੋਲਣ ਦੀ ਤਾਕਤ ਉਹਦੀ ਦਿੱਤੀ ਹੈ। ਇਹ ਸਮਝੋ, ਜੇ ਉਹ ਚਾਹਵੇ ਤੇ ਮੈਂ ਇੱਕ ਅੱਖ ਵੀ ਨਹੀਂ ਝਪਕ ਸਕਦਾ, ਅੱਖ ਵੀ ਬੁਲਾਇਆ ਨਹੀਂ ਬੋਲਾਂਗਾ। ਐਸੇ ਬੰਦੇ ਨੇ ਰਾਤ ਨੂੰ ਸੌਣ ਜਾਂਦੇ ਨੇ, ਸਵੇਰੇ ਉਹਨਾਂ ਦੀ ਅੱਖ ਨਹੀਂ ਖੁੱਲਦੀ, ਉਹਦੀ ਰਜ਼ਾ ਦੇ ਵਿੱਚ ਹੁੰਦਾ। ਇਸ ਕਰਕੇ ਜਦੋਂ ਹੀ ਪ੍ਰਮਾਤਮਾ ਦਾ ਹੁਕਮ ਆ ਜਾਂਦਾ, ਉਦੋਂ ਫਿਰ ਤੁਰਨਾ ਪੈਂਦਾ ਹੈ, ਔਰਕ ਨੂੰ ਜਾਣਾ ਪੈਂਦਾ। ਇਹ ਦੁਨੀਆ, ਇਹ ਸੰਸਾਰ ਛੱਡਣਾ ਪੈਂਦਾ, ਜੋ ਕਿ ਸੌਖਾ ਨਹੀਂ ਹੈਗਾ ਬੰਦੇ ਵਾਸਤੇ। ਕਿਉਂ? ਮਾਇਆ ਮੋਹ ਮਗਨ ਅੰਧਿਆਰੇ, ਦੇਵਨ ਹਾਰ ਨ ਜਾਣੇ। ਜਿਉ ਪਿੰਡ ਸਾਜ ਜਿਨ ਰਚਿਆ, ਬਲ ਪਨੋ ਕਰ ਮਾਨੈ। ਇਨਸਾਨ ਕਹਿੰਦਾ ਹੈ ਮੇਰਾ ਹੀ ਆ, ਮੇਰਾ ਹੀ ਆ ਸਭ, ਭੁੱਲ ਜਾਂਦਾ ਹੈ ਕਰਤਾਰ ਦੇ ਬਾਰੇ 'ਚ ਵੀ ਉਹ ਦੇ ਰਿਹਾ ਤਾਂ ਮੈਂ ਲੈ ਰਿਹਾ। ਜਿਵੇਂ ਧਰਤੀ 'ਚ ਪਾਣੀ ਕੱਢ ਕੇ ਕੋਈ ਕਹੇ ਇਹ ਮੈਂ ਕੱਢਿਆ, ਜੇ ਧਰਤੀ 'ਚ ਹੋਵੇ ਹੀ ਨਾ ਤਾਂ ਕਿਵੇਂ ਕੱਢੇਗਾ? ਸੂਰਜ ਦੀ ਰੋਸ਼ਨੀ ਖਿੜਕੀਆਂ ਰਾਹੀਂ ਕਹੇ ਵੀ ਖਿੜਕੀਆਂ ਖੋਲ੍ਹ ਕੇ ਮੈਂ ਅੰਦਰ ਲਿਆ ਰਿਹਾ, ਜੇ ਸੂਰਜ ਨਾ ਹੋਵੇ ਕਿਰਨਾਂ ਕਿੱਥੋਂ ਆਉਣਗੀਆਂ? ਇਸ ਕਰਕੇ ਇਹ ਸਿਆਣ, ਇਹ ਅਕਲ, ਇਹ ਬਲ, ਇਹ ਜ਼ੋਰ, ਇਹ ਬੁੱਧੀ ਸਭ ਕਰਤੇ ਪੁਰਖ ਤੋਂ ਆ ਰਹੀ ਹੈ।
ਜਦੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਬੰਦਾ ਮਸਤ ਜਾਂਦਾ, ਹੰਕਾਰ ਦੇ ਵਿੱਚ ਆ ਜਾਂਦਾ, ਉਦੋਂ ਇਹ ਗੱਲਾਂ ਉਹ ਯਾਦ ਨਹੀਂ ਰੱਖਦਾ, ਭੁੱਲ ਜਾਂਦਾ ਹੈ। ਜਿੱਦਾਂ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਇੱਕ ਦਿਨ ਮੁਲਤਾਨ ਸ਼ਹਿਰ ਦੇ ਵਿੱਚ ਗਏ ਨੇ। ਉੱਥੋਂ ਦੇ ਸੂਫੀ ਫਕੀਰਾਂ ਨੂੰ ਜਦੋਂ ਪਤਾ ਲੱਗਾ ਨਾ, ਕਹਿਣ ਲੱਗੇ ਦੋ ਫਕੀਰ ਆਏ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਹ ਕੀਰਤਨ ਕਰ ਰਹੇ ਨੇ, ਸੂਫੀ ਫਕੀਰ ਜਾਪਦੇ ਨੇ। ਉਹ ਲੱਗਦਾ ਕੋਈ ਹੱਲ ਕਰਨਾ ਪਵੇਗਾ ਇਹਨਾਂ ਦਾ। ਉੱਥੋਂ ਦਾ ਜਿਹੜਾ ਵਾਸੀ ਸੀ, ਰਾਜਾ ਸੀ, ਫਕੀਰ ਸੀ, ਕਹਿਣ ਲੱਗਾ ਇਹ ਇੱਥੇ ਕਿਵੇਂ ਰਹਿ ਸਕਦੇ ਨੇ? ਪਹਿਲਾਂ ਹੀ ਬਹੁਤ ਫਕੀਰ ਆ ਇੱਥੇ ਮੁਲਤਾਨ 'ਚ, ਇਹਨਾਂ ਲਈ ਕੋਈ ਜਗ੍ਹਾ ਨਹੀਂ। ਇਉਂ ਕਰੋ, ਦੁੱਧ ਦਾ ਕਟੋਰਾ ਭਰੋ, ਇੱਕ ਲੱਪਾ ਲੱਪ ਉਤਾਂ ਤੱਕ ਉਹਨਾਂ ਨੂੰ ਦੇ ਕੇ ਆਓ। ਜੇ ਤਾਂ ਹੋਏ ਸਿਆਣੇ ਸਮਝ ਜਾਣਗੇ। ਇੱਦਾਂ ਹੀ ਕੀਤਾ ਗਿਆ, ਦੁੱਧ ਦਾ ਕਟੋਰਾ ਭੇਜਿਆ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ, ਚਮੇਲੀ ਦਾ ਫੁੱਲ ਸੀ, ਉਹਦੇ ਵਿੱਚ ਤੋੜ ਕੇ ਪਾ ਦਿੱਤਾ। ਚਮੇਲੀ ਦਾ ਫੁੱਲ ਬਾਗ ਵਿੱਚ ਬੈਠੇ ਸੀ ਤੇ ਦੁੱਧ ਦੇ ਕਟੋਰੇ ਵਿੱਚ ਪਾਇਆ। ਉਹਦਾ ਭਾਰ ਨਹੀਂ ਹੁੰਦਾ ਇਹ ਫੁੱਲ, ਇਹੋ ਜਿਹਾ ਬਿਲਕੁਲ ਵੀ ਬਹੁਤ ਹਲਕਾ ਜਿਹਾ ਫੁੱਲ ਹੁੰਦਾ। ਉਹ ਉੱਪਰ ਤਰ ਗਿਆ ਦੁੱਧ ਦੇ ਕਟੋਰੇ ਦੇ, ਤੇ ਵਾਪਸ ਮਹਾਰਾਜ ਕਹਿੰਦੇ ਲੈ ਜਾਓ, ਆਪਣੇ ਫਕੀਰ ਨੂੰ ਦੇ ਦਿਓ, ਜਿਹਨੇ ਭੇਜਿਆ ਕਟੋਰਾ ਉਹਨੂੰ ਦੇ ਦਿਓ। ਭਾਈ ਮਰਦਾਨਾ ਜੀ ਪੁੱਛਦੇ ਨੇ, ਇਹ ਬਲੀ ਅੱਲਾ ਗੁਰੂ ਨਾਨਕ ਸਾਹਿਬ ਜੀ, ਕੀ ਰਹੱਸਾ ਇਹਦੇ ਵਿੱਚ ਸਮਝ ਨਹੀਂ ਆਈ। ਕਹਿੰਦੇ ਰਮਜ ਰਹੱਸ ਇਹੀ ਆ ਕਿ ਉਹਨਾਂ ਨੇ ਕਟੋਰੇ ਵਿੱਚ ਦੁੱਧ ਪਾ ਕੇ ਭੇਜਿਆ, ਪੀਣ ਵਾਸਤੇ ਨਹੀਂ, ਖਬਰ ਭੇਜੀ ਆ। ਕਹਿੰਦੇ ਜਿਵੇਂ ਦੁੱਧ ਦੇ ਕਟੋਰੇ ਵਿੱਚ ਦੁੱਧ ਤਾਂ ਤੱਕ ਭਰਿਆ ਹੋਇਆ, ਇੱਕ ਬੂੰਦ ਵੀ ਨਹੀਂ ਆ ਸਕਦੀ ਇਹਦੇ ਵਿੱਚ। ਪਹਿਲਾਂ ਹੀ ਸ਼ਹਿਰ ਵਿੱਚ ਸੰਤ ਬਹੁਤ ਨੇ। ਦੁੱਧ ਪ੍ਰਤੀਕ ਆ ਸੰਤਾਂ ਦਾ, ਕਟੋਰਾ ਪ੍ਰਤੀਕ ਆ ਸ਼ਹਿਰ ਦਾ। ਜਿਵੇਂ ਕਟੋਰੇ 'ਚ ਦੁੱਧ ਤਾਂ ਤੱਕ ਭਰਿਆ, ਇੱਕ ਬੂੰਦ ਨਹੀਂ ਪੈ ਸਕਦੀ ਹੋਰ। ਤੁਹਾਡੇ ਲਈ ਕੋਈ ਜਗ੍ਹਾ ਨਹੀਂ, ਚਲੇ ਜਾਓ ਵਾਪਸ। ਤੇ ਤੁਸੀਂ ਫੁੱਲ ਪਾ ਕੇ ਮਹਾਰਾਜ ਕੀ ਆਖਿਆ? ਅਸੀਂ ਇਹ ਦੱਸਿਆ, ਅਸੀਂ ਤੁਹਾਡੇ ਸਿਰ ਦਾ ਭਾਰ ਨਹੀਂ ਬਣਨਾ, ਫੁੱਲਾਂ ਵਾਂਗ ਹਾਂ। ਕੀਰਤਨ ਕਰਾਂਗੇ, ਬੰਦਗੀ ਕਰਾਂਗੇ ਤੇ ਚਲੇ ਜਾਵਾਂਗੇ ਵਾਪਸ। ਕੁਝ ਦਿਨ ਠਹਿਰਾਂਗੇ, ਖੁਸ਼ਬੂ ਵੰਡਾਂਗੇ। ਜਿਵੇਂ ਫੁੱਲ ਨੂੰ ਰੱਖਣ ਦੇ ਨਾਲ ਦੁੱਧ ਤੇ ਦੁੱਧ 'ਚ ਖੁਸ਼ਬੂ ਵੰਡੀ ਗਈ, ਸਾਰਾ ਦੁੱਧ ਮਹਿਕ ਭਰਿਆ ਹੋ ਗਿਆ, ਸੁਗੰਧੀ ਭਰਿਆ ਹੋ ਗਿਆ। ਇਵੇਂ ਕੀਰਤਨ ਕਰਨ ਦੇ ਨਾਲ ਤੁਹਾਡਾ ਸ਼ਹਿਰ ਜਿਹੜਾ ਨਾ ਸੁਗੰਧੀ ਭਰਿਆ ਹੋ ਜਾਏਗਾ। ਬੂੰਦ ਵੀ ਨਹੀਂ ਡੁੱਲੀ, ਇੱਕ ਜਿਹੜਾ ਫੁੱਲ ਸੀ ਉਹਦੇ ਪਾਉਣ ਦੇ ਨਾਲ। ਇਵੇਂ ਤੁਹਾਨੂੰ ਕੋਈ ਫਰਕ ਨਹੀਂ ਪਵੇਗਾ ਸਾਡੇ ਰਹਿਣ ਦੇ ਨਾਲ। ਅਸੀਂ ਕੁਝ ਨਹੀਂ ਆਖਾਂਗੇ ਤੇ ਚਲੇ ਜਾਵਾਂਗੇ। ਜ਼ਿੰਦਗੀ ਦੇ ਵਿੱਚ ਤੁਸੀਂ ਵੀ ਇਵੇਂ ਦੇ ਹੋਣਾ। ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ, ਕਹਿੰਦੇ ਫੁੱਲਾਂ ਵਰਗੇ ਬਣਨਾ, ਕਿਸੇ ਦੇ ਸਿਰ ਦਾ ਭਾਰ ਨਾ ਬਣ ਜਾਣਾ, ਕਿਸੇ ਦੇ ਸਿਰ ਦੇ ਉੱਪਰ ਨਾ ਚੜ ਕੇ ਬੈਠ ਜਾਣਾ। ਬਹੁਤ ਲੋਕ ਇੱਥੇ ਹੋਏ ਜਿਨ੍ਹਾਂ ਬਹੁਤ ਕਤਲੇਆਮ ਕੀਤੇ ਨੇ। ਸਭ ਕਿਉਂ ਕਰ ਗਏ? ਬਹੁਤ ਲੋਕ ਹੋਏ ਜਿਨ੍ਹਾਂ ਬੜੇ ਪਾਪ ਕੀਤੇ ਨੇ, ਬੜੇ ਦੁਰਾਚਾਰੀ ਲੋਕ ਹੋਏ ਨੇ। ਵੱਡੀ ਗਿਣਤੀ 'ਚ ਲੋਕ ਮਾਰੇ, ਜਿਨ੍ਹਾਂ ਚੰਗੇਜ਼ ਖਾਨ, ਔਰੰਗਜ਼ੇਬ, ਹਿਟਲਰ ਵਰਗੇ ਬੜੇ ਲੋਕ ਮਾਰੇ ਇਹਨਾਂ ਨੇ। ਕਿਵੇਂ ਮਾਰ ਗਏ? ਰੱਬ ਨੂੰ ਭੁਲਾ ਕੇ। ਮਨ ਮੂੜੇ ਦੇਖ ਰਹੋ ਪ੍ਰਭ ਸੁਆਮੀ, ਹੇ ਮੇਰੇ ਮੂੜੇ ਮਨ, ਮੂਰਖ ਮਨ ਤੂੰ ਦੇਖ ਜਾਣ, ਉਹ ਤੈਨੂੰ ਦੇਖ ਰਿਹਾ। ਜੋ ਕਿਛ ਕਰੈ ਸੋਈ ਸੋਈ ਜਾਣੈ, ਜੋ ਤੂੰ ਕਰਦਾ ਉਹ ਜਾਣਦਾ ਵਾ। ਜੋ ਤੂੰ ਸੋਚਦਾ ਉਹਦੀ ਪਹੁੰਚ ਆ ਤੇਰੇ ਮਨ ਤੱਕ। ਰਹਿ ਨ ਕਛੂਐ ਸ਼ਾਨੀ, ਤੂੰ ਤੋਂ ਲੁਕੋ ਨਹੀਂ ਸਕਦਾ। ਅੱਗੇ ਹੈ, ਜਿਹਵਾ ਸਵਾਦ ਲੋਭ ਮਤ ਮਾਤੋ, ਉਪਜੇ ਅਨਕ ਬਿਕਾਰਾ, ਬਹੁਤ ਜੋਨ ਭਰਮਤ ਦੁਖ ਪਾਇਆ, ਹਉਮੈ ਬੰਧਨ ਕੇ ਪਾਰਾ। ਬੰਦਾ ਕਾਹਦੀ ਖਾਤਰ ਪਾਪ ਕਰਦਾ? ਜੀਵ ਦੇ ਸਵਾਦ ਦੀ ਖਾਤਰ, ਲਾਲਚ ਦੀ ਖਾਤਰ।
ਕਾਦੇ ਕਾਦੇ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ, ਪਹਿਲੀ ਗੱਲ, ਜੀਵ ਦੇ ਸਵਾਦ ਕਰਕੇ ਬੰਦਾ ਪਾਪ ਕਮਾਉਂਦਾ। ਬਹੁਤ ਅਨਾਜ ਦੇ ਭੰਡਾਰੇ ਭਰੇ ਪਏ ਨੇ, ਕਣਕਾਂ ਦੇ ਗੋਦਾਮ ਹੀ ਗੋਦਾਮ ਨੇ, ਹੋਰ ਫਸਲਾਂ ਹਨ, ਮੱਕੀ ਹੈ, ਝੋਨੇ ਦੀ ਫਸਲ ਆ, ਚਾਵਲ ਨੇ, ਇਹਨਾਂ ਦੇ ਪੂਰੇ ਭੰਡਾਰੇ ਭਰੇ ਪਏ। ਪਰ ਬੰਦਾ ਆਪਦੇ ਜੀਵ ਦੀ ਸਵਾਦ ਦੀ ਖਾਤਰ ਗਲੇ ਵੱਢਦਾ ਹੈ ਨਿਰਜੀਵ ਪੰਛੀਆਂ ਦੇ। ਉਹ ਪੰਛੀ ਜਿਹੜੇ ਬੇਜ਼ੁਬਾਨ ਹਨ, ਉਹਨਾਂ ਦਾ ਗਲਾ ਕੱਟਦਾ ਹੈ। ਕਾਹਦੀ ਲਈ? ਆਪਣੇ ਜੀਵ ਦੇ ਸਵਾਦ ਲਈ। ਜਿਹੜੇ ਬੋਲ ਨਹੀਂ ਸਕਦੇ, ਆਪਦਾ ਦਰਦ ਨਹੀਂ ਦੱਸ ਸਕਦੇ, ਜਿਨ੍ਹਾਂ ਨੂੰ ਆਪਾਂ ਬੇਜ਼ੁਬਾਨ ਕਹਿੰਦੇ ਆ, ਭਾਵੇਂ ਉਹਨਾਂ ਦੀ ਵੀ ਭਾਸ਼ਾ ਹੈ ਪਰ ਗੱਲ ਵੱਖਰੀ ਆ, ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਬੇਜ਼ੁਬਾਨ ਕਹਿੰਦੇ ਆ, ਬਸ ਉਹਨਾਂ ਦੀ ਭਾਸ਼ਾ ਕੁਝ ਹੋਰ ਆ, ਬੇਜ਼ੁਬਾਨ ਨਹੀਂ ਹੈਗੇ। ਉਹ ਆਪਦੀ ਭਾਸ਼ਾ 'ਚ ਇੱਕ ਦੂਜੇ ਨੂੰ ਦੱਸ ਸਕਦੇ ਨੇ, ਅਸੀਂ ਸਮਝ ਨਹੀਂ ਪਾਉਂਦੇ, ਉਹ ਵੱਖਰੀ ਗੱਲ। ਇਸ ਕਰਕੇ ਉਹਨਾਂ ਦਾ ਕਤਲੇਆਮ ਹੁੰਦਾ। ਜਿਹਵਾ ਸਵਾਦ, ਜਿਹਵਾ ਦੇ ਅਰਥ ਨੇ ਜੀਵ। ਜੀਵ ਦੇ ਸਵਾਦ ਦੀ ਖਾਤਰ ਇੱਕ ਪਾਪ ਨਹੀਂ ਹੋ ਰਿਹਾ, ਦੋ ਨਹੀਂ, ਨਿੱਤ ਹੁੰਦੇ ਨੇ ਕਰੋੜਾਂ ਹੀ ਪਾਪ। ਅੱਗੇ ਦੂਜਾ ਕਾਰਨ ਪਾਪ ਦਾ, ਲੋਭ ਮਦ ਮਾਤੋ, ਲਾਲਚ। ਲਾਲਚ ਐਸੀ ਚੀਜ਼ ਆ, ਗੁਰੂ ਦੀ ਬਾਣੀ ਕਹਿੰਦੀ ਕਿ ਕੁੰਭ ਦਾ ਜਿਹੜਾ ਮੇਲਾ ਹੈ ਨਾ, ਕਹਿੰਦੇ ਜਿਵੇਂ ਉਹ 'ਚ ਬਹੁਤ ਭੀੜ ਹੁੰਦੀ ਆ, ਉਹ 12 ਸਾਲੀ ਕਿਤੇ ਜਾ ਕੇ ਲੱਗਦਾ। ਇੱਕ ਜਗ੍ਹਾ ਮਿੱਥ ਲੈਂਦੇ ਨੇ, ਉੱਥੇ ਫਿਰ ਉਹ ਲੱਗਦਾ। ਬਹੁਤ ਜੋਗੀ ਸੰਨਿਆਸੀ ਲੋਕ ਭੀੜਾਂ ਕੱਢ ਕੇ ਆਉਂਦੇ ਨੇ। ਲਾਲਚ ਦਾ ਮੇਲਾ ਕਹਿੰਦੇ ਕੁੰਭ ਦਾ ਮੇਲਾ ਹੀ ਆ। ਇਹ 12 ਸਾਲ ਬਾਅਦ ਨਹੀਂ ਆਉਂਦਾ, ਨਿੱਤ ਹੀ ਆਉਂਦਾ। ਲਾਲਚ ਜਿਹੜਾ ਹੈ, ਲਾਲਚ ਦਾ ਮੇਲਾ ਕੁੰਭ ਦੇ ਮੇਲੇ ਵਾਂਗੂ ਹੀ ਆ। ਇਹ 'ਚ ਲੱਖਾਂ ਲੋਕ ਸ਼ਾਮਲ ਨੇ, ਕਰੋੜਾਂ ਲੋਕ ਸ਼ਾਮਲ ਨੇ, ਤੇ 12 ਸਾਲਾਂ ਬਾਅਦ ਨਹੀਂ ਆਉਂਦਾ, ਇਹ ਤਾਂ ਰੋਜ਼ ਹੀ ਆਉਂਦਾ। ਐਸਾ ਮੇਲਾ ਨਿਰੰਤਰ ਜਾਰੀ ਆ। ਲੋਭ ਦਾ, ਕੁੰਭ ਦਾ ਮੇਲਾ ਨਿਰੰਤਰ ਜਾਰੀ ਆ। ਜੇਵਾ ਸਵਾਦ ਲੋਭ ਮਦ ਮਾਤੋ, ਉਪਜੇ ਅਨਕ ਵਿਕਾਰ। ਇਵੇਂ ਬੰਦੇ ਅੰਦਰੋਂ ਵਿਕਾਰ ਨਿਕਲਦੇ ਨੇ। ਜੀਵ ਦੇ ਸਵਾਦ ਦੀ ਖਾਤਰ, ਲਾਲਚ ਦੀ ਖਾਤਰ। ਬਹੁਤ ਜੋਨ ਪਰਮਤ ਦੁਖ ਪਾਇਆ, ਹਉਮੈ ਬੰਧਨ ਕੇ ਪਾਇਆ। ਬੰਦਾ ਬਹੁਤ ਜੋਨੀਆਂ ਦੇ ਵਿੱਚ ਜਾ ਕੇ ਦੁੱਖ ਪਾਉਂਦਾ ਹੈ। ਕਿਹਦੇ ਕਰਕੇ? ਆਪਦੀ ਹਉਮੈ ਕਰਕੇ। ਕਿਹਦੇ ਕਰਕੇ? ਆਪਦੀ ਮੈਂ ਕਰਕੇ। ਕਿਹਦੇ ਕਰਕੇ? ਆਪਦੇ ਵਿਕਾਰਾਂ ਕਰਕੇ। ਫਿਰ ਦੇ ਕਬਾੜ ਅਨਕ ਪੜਦੇ, ਮੈਂ ਪਰਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਢਾਕੈ। ਕਹਿੰਦੇ ਦਰਵਾਜ਼ੇ ਬੰਦ ਕਰਕੇ। ਪਰਦਾਰਾ, ਦਾਰਾ ਦੇ ਅਰਥ ਹੁੰਦੇ ਨੇ ਇਸਤਰੀ। ਪਰਦਾਰਾ ਸੰਗ ਫਾਕੈ, ਬੰਦਾ ਬੇਵਿਚਾਰੀ ਬਣਦਾ, ਇਖਲਾਕ ਤੋਂ ਡਿੱਗ ਪੈਂਦਾ, ਕਰੈਕਟਰਲੈਸ ਹੋ ਜਾਂਦਾ, ਬਹੁਤ ਕੁਝ ਗਲਤ ਹੁੰਦਾ। ਮਹਾਤਮਾ ਬੁੱਧ ਜੀ ਗਏ ਇੱਕ ਪਿੰਡ ਦੇ ਵਿੱਚ। ਉਹ ਪਿੰਡ ਦੇ ਵਿੱਚ ਇੱਕ ਵੇਸ਼ਵਾ ਦਾ ਘਰ ਸੀ। ਪਿੰਡ ਦੇ ਲੋਕਾਂ ਨੂੰ ਮਿਲੇ। ਪਿੰਡ ਦੇ ਲੋਕਾਂ ਨੇ ਆਖਿਆ, ਬੁੱਧ ਜੀ ਇੱਧਰੋਂ ਨਾ ਇੱਕ ਘਰ ਹੈ, 2 ਕੋਹ ਤੇ ਜਾ ਕੇ ਤੁਸੀਂ ਉਹ ਘਰੇ ਨਹੀਂ ਜਾਣਾ, ਹੋਰ ਜਿੱਥੇ ਤੁਹਾਡਾ ਦਿਲ ਕਰੇ ਉੱਥੇ ਚਲੇ ਜਾਣਾ। ਮਹਾਤਮਾ ਬੁੱਧ ਜੀ ਕਹਿਣ ਲੱਗੇ, ਕਾਰਨ ਵੀ ਦੱਸੋ ਕਿਉਂ ਨਹੀਂ ਜਾਣਾ, ਫਿਰ ਹੀ ਮੈਂ ਆਪਣੇ ਆਪ ਨੂੰ ਰੋਕਾਂਗਾ ਨਾ, ਬਿਨਾਂ ਕਾਰਨ ਤੋਂ ਨਹੀਂ, ਕੋਈ ਕਾਰਨ ਹੋਊਗਾ। ਕਹਿੰਦੇ ਹਾਂਜੀ, ਉੱਥੇ ਇੱਕ ਲਾਕ ਤੋਂ ਡਿੱਗੀ ਹੋਈ ਔਰਤ ਆ ਨਾ ਜਿਹੜੀ ਰਹਿੰਦੀ ਆ, ਚਰਿੱਤਰਹੀਣ ਔਰਤ ਆ ਜਿਹੜੀ ਰਹਿੰਦੀ ਆ, ਉੱਧਰ ਨਹੀਂ ਜਾਣਾ। ਬੁੱਧ ਜੀ ਨੇ ਆਖਿਆ, ਜਿਹੜੇ ਸੱਜੇ ਨੇ ਗੱਲ ਆਖੀ ਸੀ ਕਿ ਚਰਿੱਤਰਹੀਣ ਔਰਤ ਆ, ਉਹ ਕੋਲ ਬੁਲਾਇਆ, ਉਹਦਾ ਇੱਕ ਹੱਥ ਫੜ ਲਿਆ, ਗੁੱਟ ਫੜ ਲਿਆ। ਕਹਿੰਦੇ ਇਉਂ ਕਰ, ਆਪਦੇ ਇੱਕ ਹੱਥ ਦੇ ਨਾਲ ਮੈਨੂੰ ਤਾੜੀ ਮਾਰ ਕੇ ਦਿਖਾ। ਉਹ ਕਹਿੰਦਾ ਜੀ ਇਹ ਸੰਭਵ ਨਹੀਂ ਬੁੱਧਾ ਜੀ, ਤੁਸੀਂ ਸਿਆਣੇ ਹੋ, ਸਮਝਦਾਰ ਹੋ, ਜਾਗੇ ਹੋਏ ਮਨੁੱਖ ਹੋ, ਇੱਕ ਹੱਥ ਨਾਲ ਤਾੜੀ ਨਹੀਂ ਵੱਜ ਸਕਦੀ, ਨਹੀਂ ਵੱਜੇਗੀ। ਕਿਵੇਂ ਹੋ ਜਾਏਗੀ? ਉਹਦੇ ਲਈ 2 ਹੱਥਾਂ ਦਾ ਮਿਲਣਾ ਬੜਾ ਜ਼ਰੂਰੀ ਆ, ਫਿਰ ਹੀ ਖੜਾਕ ਹੋਵੇਗਾ ਨਾ, 43 ਵਜੇ। ਕਹਿੰਦੇ ਬਸ
यही मैं तेन कहना चाहुंदा। कोई भी इस्त्री उतना चिर तक चरित्रहीन नहीं हो सकती जदों तक कोई पुरुष ना होवे। तुहाडे नगर दे विच पुरुष उहदे कोल जांदे होणगे, अनक पढ़दे मैं परदारा संग फाकै। कोई भी इस्त्री या कोई भी पुरुष कल्ला चरित्रहीन किवें हो जाएगा? इस्त्री चरित्रहीन तो मर्द होणगे, जे मर्द चरित्रहीन तो कोई इस्त्री होएगी। इस करके ना दोनों हत्थां दे नाल ताड़ी वजदी है। ते गुरु साहब जी कहंदे बंदा दरवाजे बंद करके, खिड़कियां बंद करके, पर्दे करके बड़ा कुछ ही गलत करता है, बहुत कुछ। परदारा संग फाकै पर चित्र गुप्त जब लेखा मांगै, तब कौन पढ़दा तेरा ताकै। जदों परमात्मा के दरबार विच कीते हुए कर्मां दे निबेड़े हुंदे ने, फैसले हुंदे ने, उदों बंदे दे कीते हुए उगड़ के काम बाहर आ जांदे ने जिहड़े लुको के करदा है। दीन दयाल पूर्ण दुख भंजन, तुंद ने ओट न काई, काढ़ लिहो संसार सागर में, नानक प्रभ शरणाई। हे दीन, हे दयाल पूरन प्रभु, दुखां दे नाश करन वाले दाते, तेरे बिना मैनूं किसे दा सहारा नहीं। काढ़ लिहो संसार सागर में, नानक प्रभ शरणाई। मैनूं इहो जे जीवन तो बचा ला, मैं भी जीव की खातर ना किसी का गल वड्डां, लालच की खातर किसी का हक ना मार ला। इवें मेरे ते किरपा कर वाहिगुरू। लोग जिहड़े ने माया के मोह दे विच आके मगन होए पे ने, तेरियां दातां नूं जाणदे नहीं, अपने आप नूं वड्डा मनदे ने, तैनूं ना कुछ कहिंदे ने। रहै न कछू है शानी, जियो पिंड साज जिन रचिया, बल अपनो कर मान। अपने आप नूं वड्डा मनदे ने। जिस तरह छिपकली सी, हुण किसी ने आके आख्या, जिहड़े उहदे नाल दे सन साथी कहंदे आ जा आपां बाहर चलदे हां। वो कहंदी छप्पर जिहड़ा है ना, जिहड़ी झौंपड़ी आ ਉਹਦੇ ਵਿੱਚ ਰਹਿੰਦੀ ਸੀ। ਕਹਿੰਦੀ ਇਹਨੂੰ ਮੈਂ ਹੀ ਤਾਂ ਰੋਕਿਆ ਹੋਇਆ, ਜੇ ਮੈਂ ਇੱਥੋਂ ਚਲੀ ਗਈ ਤਾਂ ਫਿਰ ਡਿੱਗ ਪਏਗੀ, ਝੌਂਪੜੀ ਦੀ ਛੱਤ ਡਿੱਗ ਪਏਗੀ। ਇਵੇਂ ਇੱਕ ਮੱਖੀ ਸੀ, ਉਹ ਰੱਥ ਤੇ ਬੈਠੀ ਸੀ। ਹੁਣ ਰੱਥ ਦੇ ਅੱਗੇ ਬੜੇ ਘੋੜੇ ਹੁੰਦੇ ਨੇ, ਦੌੜਦੇ ਨੇ ਤਾਂ ਧੂੜ ਉੱਡਦੀ ਆ। ਰੱਥ ਤੇ ਬਹਿ ਗਈ, ਜਦੋਂ ਘੋੜਿਆਂ ਨੇ ਧੂੜ ਉਡਾਈ ਆ, ਕਹਿਣ ਲੱਗੀ ਮੈਂ ਉਡਾ ਰਹੀ ਹਾਂ, मेरे कीतियां सब हो रहा। रथ से बैठी हुई मक्खी कह रही आ कि धूड़ उड़ रही है ना, मैं ही उड़ा रही हूँ। हालांकि रथ चलते ने, घोड़े चलते, फिर धूड़ उड़ती है। बंदे नूं भी कहते इदा नहीं भुलेखे आ बहुत ज़्यादा। जिद्दां एक माता सी, वो भी इहदा सुभाव इदां दा सी। महापुरुषां ने एक कहानी लिखी है, कहते उहदे पास एक मुर्गा सी। ਉਹ ਜਦੋਂ ਸਵੇਰੇ ਬਾਗ ਦਿੰਦਾ ਸੀ, ਸੂਰਜ ਚੜ੍ਹੇ ਤੋਂ ਇਹਨੂੰ ਭੁਲੇਖਾ ਲੱਗ ਗਿਆ। ਕਹਿੰਦੀ ਇਹ ਬਾਗ ਦਿੰਦਾ ਤੇ ਸੂਰਜ ਉੱਗਦਾ ਚੜ੍ਹਦਾ ਹੈ। ਪਿੰਡ ਵਾਲਿਆਂ ਨੂੰ ਕਹਿੰਦੀ ਮੇਰੇ ਨਾਲ ਸਾਰੇ ਹਿਸਾਬ ਨਾਲ ਗੱਲ ਕਰਿਓ, ਅੱਜ ਤੋਂ ਬਾਅਦ ਮੇਰੇ ਕੋਲ ਉਹ ਚੀਜ਼ ਆ ਜਿਹਦੇ ਨਾਲ ਸੂਰਜ ਉੱਗਦਾ। ਜੇ ਤੁਸੀਂ ਮੇਰੇ ਨਾਲ ਲੜ ਪਏ, ਲੜਾਕੇ ਸੁਭਾਅ ਦੀ ਸੀ, ਆਪ ਦੂਜਿਆਂ ਨੂੰ ਕਹਿ ਰਹੀ ਸੀ, ਤਾਂ ਮੈਂ ਪਿੰਡ ਛੱਡ ਕੇ ਚਲੀ ਜਾਵਾਂਗੀ पेके घरे आपदे, ते तुसीं रोवोगे, सूरज नहीं फिर चढ़ना तुहाडे पिंड। इदां ही होया। हुण गल्लां गल्लां दे विच बंदे दा सुभाअ कह हुंदा कुछ सुण हुंदा नहीं। बंदे नूं किहा गया किसे तो लड़ पई, आपदा ओह मुर्गा लैके चली गई पेके घर दे विच। उत्थे जदों सूरज चढ़िया, हੱਸਣ लग गई ਉੱਚੀ ਉੱਚੀ। कहंदी मेरे सहुरे पिंड दे जिहड़े लोक ने अज दुही होणगे, रोणगे, पिटणगे, कारण उत्थे सूरज ही नहीं चढ़ना। जिहड़ी चीज़ करके सूरज चढ़दा तां मैं ले आई हां। कहंदे जिवें उहनूं भुलेखा है
ਵੀ ਕੁੱਕੜ ਬਾਂਗ ਦਿੰਦਾ ਮੁਰਗਾ ਤੇ ਫਿਰ ਸੂਰਜ ਉੱਗਦਾ, ਐਵੇਂ ਨਹੀਂ, ਸੂਰਜ ਚੜ੍ਹਦਾ ਤੇ ਉਹ ਬਾਂਗ ਦਿੰਦਾ। ਇਦਾਂ ਦਾ ਕਰਕੇ ਹੈ ਬੰਦੇ ਨੂੰ ਵੀ। ਇੱਥੇ ਮਹਾਰਾਜ ਬਿਲਕੁਲ ਇਹ ਮੈਂ ਸਿੱਧੀ ਸਾਫ਼ ਗੱਲ ਆਖੀ ਹੈ, ਇਹਦੇ ਵਿੱਚ ਬਹੁਤ ਡੂੰਘਾਈ ਹੈ। ਉਹ ਕਹਿੰਦੇ ਜਿਉ ਪਿੰਡ ਸਾਜ ਜਿਨ ਰਚਿਆ, ਬਲ ਪਲੋ ਕਰ ਮਾਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹਨੇ ਤੇਰਾ ਬਦਨ ਬਣਾਇਆ ਉਹਦਾ ਦਿਲੋਂ ਖਿਆਲ ਭੁਲਾਇਆ। ਜਿਹਨੇ ਤੇਰਾ ਬਦਨ ਬਣਾਇਆ ਉਹਦਾ ਦਿਲੋਂ ਖਿਆਲ ਭੁਲਾਇਆ। ਜਿਹਨੇ ਤੇਰਾ ਸਰੀਰ ਬਣਾਇਆ ਉਹਨੂੰ ਤੂੰ ਭੁਲਾਈ ਦਿੱਤਾ। ਦੇਖੋ ਇੱਥੇ ਅਸਲ ਦੇ ਵਿੱਚ ਨਾ ਬੰਦੇ ਦੀ ਮੋਹਰ ਹੈ, ਬਸ ਇੱਕ ਸਟੈਂਪ ਜਿਵੇਂ ਹੁੰਦੀ ਆ ਨਾ, ਹੋਰ ਇੱਥੇ ਕੁਝ ਨਹੀਂ ਬੰਦੇ ਦਾ। ਜਨਮ ਜਦੋਂ ਹੁੰਦਾ, ਜੇ ਤੁਸੀਂ ਬਹੁਤ ਡੂੰਘੀ ਨੀਝ ਨਾਲ ਦੇਖੋਗੇ, ਮਾਂ ਪਿਓ ਤੋਂ ਸਰੀਰ ਆਉਂਦਾ, ਸਰੀਰ ਵਿੱਚ ਮਾਂ ਦੀ ਅੰਸ਼, ਸਰੀਰ 'ਚ ਪਿਤਾ ਦੇ ਕਣ ਮੌਜੂਦ ਨੇ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇੱਦਾਂ ਬਾਣੀ ਵਿੱਚ ਆ। ਇਵੇਂ ਹੈ ਪੰਕਤੀ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਕਹਿੰਦੇ ਬੰਦਿਆ ਤੂੰ ਬਣਿਆ ਕਿਵੇਂ? ਗੁਰੂ ਸਾਹਿਬ ਜੀ ਕਹਿੰਦੇ ਨੇ ਤੈਨੂੰ ਦੱਸਦੇ ਹਾਂ। ਉਹ ਕਹਿੰਦੇ ਕਿਵੇਂ? ਮੈਲੇ ਪਾਣੀ ਤੋਂ, ਮਾਂ ਦੇ ਖੂਨ ਤੋਂ ਤੇਰਾ, ਪਿਤਾ ਦੇ ਮੈਲੇ ਪਾਣੀ ਤੋਂ, ਮਾਂ ਦੇ ਖੂਨ ਤੋਂ ਤੇਰਾ ਸਰੀਰ ਬਣਿਆ। ਇਹ ਤੇਰਾ ਨਹੀਂ, ਉਹਨਾਂ ਦੇ ਸੁਮੇਲ ਤੋਂ ਆਇਆ ਹੈ। ਸਰੀਰ ਤਾਂ ਮਾਂ ਪਿਓ ਤੋਂ ਬਣਿਆ ਤੇ ਵਿੱਚ ਰਹਿਣ ਵਾਲਾ ਕਿੱਥੋਂ ਆਇਆ? ਕਬੀਰ ਸਾਹਿਬ ਜੀ ਕਹਿੰਦੇ ਇਹ ਰਾਮ ਕੀ ਅੰਸ਼ ਆ। ਕਹਿੰਦੇ ਆਤਮਾ ਜਿਹੜੀ ਆ ਪਰਮਾਤਮਾ ਤੋਂ ਆਈ ਆ। ਬੂੰਦ ਕਿੱਥੋਂ ਆਉਂਦੀ ਆ? ਸਾਗਰ ਤੋਂ। ਕਿਰਨਾਂ ਕਿੱਥੋਂ ਆਉਂਦੀਆਂ? ਸੂਰਜ ਤੋਂ। ਠੰਡਕ ਕਿੱਥੋਂ ਆਉਂਦੀ ਆ? ਚੰਦਰਮਾ ਤੋਂ। ਗੁਰਸਿੱਖ ਪਿਆਰਿਓ, ਆਤਮਾ ਕਿੱਥੋਂ ਆਉਂਦੀ ਆ? ਪਰਮਾਤਮਾ ਤੋਂ। ਇਹ ਵੀ ਆਪਣੀ ਨਹੀਂ, ਉਹਦੀ ਦਿੱਤੀ ਹੈ ਦਾਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਬਚਨ ਹਨ, ਜਿਨ੍ਹਾਂ 'ਚ ਇੱਕ ਬਚਨ ਆ ਉਹਦੀ ਸਾਰੀ ਵਿਆਖਿਆ ਹੈ, ਜਿਹੜਾ ਹੁਕਮਨਾਮਾ। ਕਹਿੰਦੇ ਬਲ ਬੁੱਧੀ, ਬਲ ਹੁੰਦਾ ਜ਼ੋਰ। ਜੇ ਤੇਰੇ 'ਚ ਜ਼ੋਰ ਆ ਨਾ, ਕੋਈ ਤੇਰੇ 'ਚ ਅਕਲ ਆ, ਬੁੱਧੀ ਹੁੰਦੀ ਆ ਅਕਲ। ਬਲ ਤੇ ਬੁੱਧੀ ਦਾ ਦਾਤਾ ਅਕਾਲ ਪੁਰਖ ਨੂੰ ਜਾਣਿਓ। 52 ਬਚਨਾਂ ਦੇ ਵਿੱਚੋਂ ਇੱਕ ਬਚਨ ਹੈ, ਬਲ ਤੇ ਬੁੱਧੀ ਇਹਦਾ ਦਾਤਾ ਕਰਤੇ ਨੂੰ ਜਾਣਿਓ। ਇੱਥੇ ਮਹਾਰਾਜ ਕਹਿੰਦੇ ਨੇ ਉਦੋਂ ਉਲਟ ਗੱਲ ਹੈ, ਜਿਉ ਪਿੰਡ ਸਾਜ ਜਿਨ ਰਚਿਆ, ਬਲ ਪਨੋ ਕਰਮਾਨ। ਬੰਦਾ ਸਰੀਰ ਨੂੰ ਆਪਣਾ ਮੋਹਰ ਲਾ ਕੇ ਕਹਿੰਦਾ ਹੈ ਮੇਰਾ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ। ਜਿਹਨੇ ਤੇਰਾ ਬਦਨ ਬਣਾਇਆ ਉਹਦਾ ਦਿਲੋਂ ਖਿਆਲ ਭੁਲਾਇਆ। ਕਹਿੰਦੇ ਜੇ ਤੇਰਾ ਹੋਵੇ ਤੇਰੇ ਨਾਲ ਨਿਭੇ। ਦੇਖੋ ਜਿਹੜੀ ਚੀਜ਼ ਮੇਰੀ ਆ ਫਿਰ ਉਹ ਆਖਰੀ ਦਮ ਤੱਕ ਮੇਰੀ ਹੋਣੀ ਚਾਹੀਦੀ ਆ, ਨਿਭਣੀ ਚਾਹੀਦੀ ਆ ਨਾਲ। ਸੱਚੇ ਸਾਥੀ ਜਿਹੜੇ ਹੁੰਦੇ ਨੇ ਆਪਾਂ ਕਹਿੰਦੇ ਨਾਲ ਨਿਭਦੇ ਨੇ। ਜਿਹੜੇ ਵੈਸੇ ਮਿੱਤਰ ਬਣ ਜਾਂਦੇ ਨੇ, ਕਹਿੰਦੇ ਦੋਸਤ ਉਂਗਲਾਂ ਤੇ ਗਿਣੇ ਜਾਂਦੇ ਹੁੰਦੇ ਨੇ, ਬਾਲੇ ਨਹੀਂ ਹੁੰਦੇ, ਥੋੜੇ ਹੁੰਦੇ। ਪਹਿਲਾਂ ਗਿਣੋ, ਮੈਂ ਇੱਕ ਵਿਦਵਾਨ ਦੀ ਪੁਸਤਕ ਪੜ੍ਹੀ ਸੀ, ਕਹਿੰਦੇ ਐਵੇਂ ਮਿੱਤਰਾਂ ਦਾ ਪਤਾ ਲੱਗਦਾ। ਪਹਿਲਾਂ ਗਿਣੋ ਮੇਰੇ ਕਿੰਨੇ ਮਿੱਤਰ ਨੇ, ਫਿਰ ਗਿਣੋ ਮੈਂ ਕਿੰਨਿਆਂ ਦਾ ਮਿੱਤਰ ਹਾਂ, ਮੈਂ ਕਿੰਨਿਆਂ ਦਾ ਦੋਸਤ ਹਾਂ। ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡੇ ਅਸਲੀ ਦੋਸਤ ਕਿੰਨੇ ਨੇ। ਪਹਿਲਾਂ ਇਹ ਗਿਣੋ ਵੀ ਤੁਹਾਡੇ ਕਿੰਨੇ ਦੋਸਤ ਨੇ, ਫਿਰ ਇਹ ਗਿਣੋ ਮੈਂ ਕਿੰਨਿਆਂ ਦਾ ਦੋਸਤ ਹਾਂ। ਇਵੇਂ ਜਿਹੜਾ ਸੱਚਾ ਦੋਸਤ ਹੁੰਦਾ ਫਿਰ ਉਹ ਨਾਲ ਨਿਭਦਾ। ਸਰੀਰ ਸੱਚਾ ਦੋਸਤ ਨਹੀਂ ਹੈਗਾ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਗੁਰੂ ਤੇਗ ਬਹਾਦਰ ਜੀ। ਇਸ ਕਰਕੇ ਕਹਿੰਦੇ ਬਸ ਮੋਹਰਾਂ ਨੇ, ਚੀਜ਼ਾਂ ਕੋਈ ਤਿਆਰ ਕਰਦਾ, ਮਿਹਨਤ ਕੋਈ ਕਰਦਾ, ਕੰਪਨੀ ਸਿਰਫ ਮੋਹਰ ਲਾ ਕੇ ਕਹਿੰਦੀ ਇਹ ਮੇਰਾ ਹੈ। ਸਰੀਰ ਮਾਂ ਪਿਓ ਤੋਂ ਆਇਆ, ਆਤਮਾ ਪਰਮਾਤਮਾ ਤੋਂ ਆਈ ਆ। ਨਾਂ ਦਾਦੇ ਦਾਦੀ ਨਾਨੇ ਨਾਨੀ ਨੇ ਰੱਖਿਆ। ਬੰਦਾ ਕਹਿੰਦਾ ਨਾਂ ਮੇਰਾ ਹੈ, ਬੰਦਾ ਕਹਿੰਦਾ ਸਰੀਰ ਮੇਰਾ ਹੈ, ਆਤਮਾ ਮੇਰੀ ਆ। ਫਿਰ ਸਕੂਲ ਵਿੱਚ ਜਾਂਦਾ, ਉਹਨੂੰ ਅਧਿਆਪਕ ਪੜ੍ਹਾਉਂਦੇ ਨੇ
ਕਾਲਜ ਜਾਂਦਾ, ਕਿਤਾਬਾਂ ਪੜ੍ਹਦਾ, ਕਿਤਾਬਾਂ ਵੀ ਦੂਜਿਆਂ ਦੀਆਂ ਲਿਖੀਆਂ ਹੋਈਆਂ ਨੇ। ਕਹਿੰਦਾ ਇਹ ਗਿਆਨ ਮੇਰਾ ਹੈ। ਧਰਤੀ ਜਿਹਦੇ ਵਿੱਚ ਅੰਨ ਉਗਾਉਂਦੇ ਨੇ ਕਿਸਾਨ, ਉਹ ਆਪਾਂ ਖਾਂਦੇ ਹਾਂ, ਉਹ ਵੀ ਪਰਮਾਤਮਾ ਦੀ ਸਾਜੀ ਆ। ਇਸ ਕਰਕੇ ਉਹ ਵੀ ਕਿਸੇ ਦਾ ਹੀ ਆਪਾਂ ਉੱਗਿਆ ਉਗਾਇਆ ਲੈਂਦੇ ਹਾਂ, ਕਿਸੇ ਦੀ ਮਿਹਨਤ ਆਪਾਂ ਖਰੀਦਦੇ ਹਾਂ। ਤੇ ਉਹ ਕਾਹਦੇ ਨਾਲ ਖਰੀਦਦੇ ਹਾਂ? ਪੈਸੇ ਨਾਲ। ਪੈਸਾ ਕਿੱਥੋਂ ਆਉਂਦਾ? ਹੱਥਾਂ ਨਾਲ। ਹੱਥ ਕਿਹਦੇ ਦਿੱਤੇ ਨੇ? ਰੱਬ ਦੇ। ਬਲ ਬੁੱਧੀ ਦਾ ਕਰਤਾ ਰੱਬ ਨੂੰ ਜਾਣਿਓ 52 ਵਚਨਾਂ ਦੇ ਵਿੱਚੋਂ ਇੱਕ ਵਚਨ ਹੈ। ਇੱਥੇ ਮਹਾਰਾਜ ਕਹਿੰਦੇ ਪਰ ਬੰਦਾ ਇਹ ਜਾਣਦਾ ਨਹੀਂ। ਸਰੀਰ ਮਾਂ ਪਿਓ ਤੋਂ ਆਇਆ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਦੀ ਪੁੱਤਰੀ ਜੋਰੀ। ਪਿਤਾ ਦੇ ਬਿੰਦ ਤੋਂ, ਮੈਲੇ ਪਾਣੀ ਤੋਂ, ਮਾਂ ਦੇ ਖੂਨ ਤੋਂ ਤੇਰਾ ਸਰੀਰ ਬਣਿਆ। ਇਹ 'ਚ ਮਾਂ ਦੀ ਅੰਸ਼ ਮੌਜੂਦ ਆ, ਪਿਤਾ ਦੀ ਅੰਸ਼ ਮੌਜੂਦ ਆ। ਸਿੱਖਾ ਤੇਰਾ ਨਹੀਂ ਇਹਦੇ ਵਿੱਚ ਕੁਝ। ਫਿਰ ਆਤਮਾ ਬੋਲਣ ਵਾਲੀ ਜਿਹੜੀ ਆ, ਜਿਹੜਾ ਬੋਲ ਰਿਹਾ, ਸੁਣ ਰਿਹਾ। ਕੰਨ ਤਾਂ ਕਹਿੰਦੇ ਇੱਕ ਖਿੜਕੀ ਆ। ਮੈਂ ਮਹਾਂਪੁਰਸ਼ਾਂ ਨੂੰ ਇੱਕ ਨੂੰ ਪੜ੍ਹਿਆ, ਬੜੇ ਪਿਆਰੇ ਨੇ, ਮੈਨੂੰ ਬੜੀ ਪਿਆਰੀ ਗੱਲ ਲੱਗੀ ਇਹ। ਕਹਿੰਦੇ ਉਹਨਾਂ ਦੀ ਕਹਿੰਦੇ ਕੰਨ ਤਾਂ ਖਿੜਕੀ ਨੇ, ਸੁਣਨ ਵਾਲਾ ਤਾਂ ਕੋਈ ਹੋਰ ਆ। ਬੜੀ ਡੂੰਘੀ ਗੱਲ ਹੈ। ਕੰਨ ਤਾਂ ਲਾਸ਼ ਦੇ ਵੀ ਹੁੰਦੇ ਆ ਪਰ ਸੁਣਦਾ ਨਹੀਂ। ਕੰਨ ਤਾਂ ਖਿੜਕੀ ਆ ਇੱਕ, ਅੱਖਾਂ ਵੀ ਖਿੜਕੀਆਂ ਨੇ, ਦੇਖਣ ਵਾਲਾ ਕੋਈ ਹੋਰ ਆ। ਇਹ ਤਾਂ ਇੱਕ ਵਾਹਨ ਆ, ਇਹਨੂੰ ਚਲਾਉਣ ਵਾਲਾ ਕੋਈ ਹੋਰ ਆ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਨਾਨ। ਹਮ ਵੀ ਵੰਜਾ ਡੁਮਣੀ ਰੋਵਾਂ ਝੀਣੀ ਬਾਣ, ਕੀੜਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇ ਸਾਹਰੇ ਨਿਤ ਨ ਪਈਆ ਹੋਈ। ਅਸਲ ਦੇ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਆਹ ਜਿਹੜੀ ਦੁਨੀਆ ਹੈ ਨਾ, ਇਹਦੇ ਵਿੱਚ ਜਿਹੜੀਆਂ ਕੁੜੀਆਂ ਨੇ ਇਕੱਲੀਆਂ, ਉਹੀ ਸਹੁਰੇ ਘਰੇ ਨਹੀਂ ਜਾਂਦੀਆਂ। ਬੰਦਾ ਵੀ ਜਾਂਦਾ ਹੈ, ਇਨਸਾਨ ਵੀ ਜਾਂਦਾ ਹੈ, ਹਰ ਸਰੀਰ ਜਾਂਦਾ ਹੈ। ਇਹ ਸਰੀਰ ਕੀ ਆ? ਇਹ ਪੇਕਾ ਘਰ ਹੈ। ਸਰੀਰ ਨੂੰ ਕਹਿੰਦੇ ਸਮਝੋ ਪੇਕਾ ਘਰ। ਸਭਨਾ ਸਹੁਰੇ ਵੰਜਣਾ, ਸਭ ਮੁਖ ਲਾਵਣ ਹਾਰ। ਗੁਰੂ ਸਾਹਿਬ ਜੀ ਐਵੇਂ ਸਮਝਾਉਂਦੇ ਨੇ, ਕਹਿੰਦੇ ਸਰੀਰ ਤੇਰਾ ਪੇਕਾ ਘਰ ਸਿੱਖਾ, ਤੇ ਜਿੱਥੇ ਤੂੰ ਜਾਣਾ ਅਸਾਂ ਪੇ ਉੱਥੇ ਜਾਣਾ। ਜਿਸ ਕਾ ਕੀਆ ਤਿਨ ਹੀ ਲਿਆ, ਹੁਆ ਤਿਸੇ ਕਾ ਪਾਣਾ। ਕਹਿੰਦੇ ਪਰਲੋਕ ਘਰ ਨੂੰ ਸਮਝ ਤੇਰਾ ਸਹੁਰਾ ਘਰ, ਸਰੀਰ ਤੇਰਾ ਪੇਕਾ ਘਰ। ਤੈਨੂੰ ਵਿਆਹੁਣ ਕੌਣ ਆਵੇਗਾ? ਉਹ ਫਰੀਦ ਸਾਹਿਬ ਜੀ ਕਹਿੰਦੇ ਨੇ, ਤੈਨੂੰ ਵਿਆਹੁਣ ਕੌਣ ਆਵੇਗਾ? ਲਾੜਾ ਆਵੇਗਾ, ਸੱਜ ਫੱਬ ਕੇ ਮੌਤ ਆਵੇਗੀ। ਮੌਤ ਆਵੇਗੀ ਲਾੜਾ ਬਣ ਕੇ, ਤੇਰੀ ਜਿੰਦ ਬਣੇਗੀ ਵਹੁਟੀ ਦੁਲਹਨ। ਜਿੰਦ ਵਹੁਟੀ ਮਰਨ ਵਰ। ਜਦੋਂ ਸਲੋਕ ਉਹਨਾਂ ਦੇ ਸ਼ੁਰੂ ਹੁੰਦੇ ਨੇ ਨਾ, ਸ਼ੁਰੂ 'ਚ ਹੀ ਆ ਇਹ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਸ਼ੁਰੂ 'ਚ ਹੀ ਆ, ਜਿੰਦ ਵਹੁਟੀ, ਤੇਰੀ ਰੂਹ ਬਣੂਗੀ ਵਹੁਟੀ। ਕਹਿੰਦੇ ਮਰਨ ਵਰ, ਮੌਤ ਬਣੂਗਾ ਲਾੜਾ, ਲਾੜਾ ਬਣ ਕੇ ਆਊਗੀ। ਲੈ ਜਾਸੀ ਪਰਣਾਏ, ਤੈਨੂੰ ਵਿਆਹ ਕੇ ਲੈ ਜੂਗੀ। ਆਪਣ ਹੱਥੀ ਜੋਲ ਕਹਿ ਗੱਲ ਲੱਗੇ ਤਾਏ। ਤੇਰਾ ਪੇਕਾ ਘਰ ਸੁੰਨਾ ਸੁੰਨਾ ਹੋ ਜੂਗਾ। ਪੇਕਾ ਘਰ ਕੀ ਆ? ਸਰੀਰ। ਕਹਿੰਦੇ ਜਿਵੇਂ ਪੇਕੇ ਘਰ ਚੋਂ ਡੋਲੀ ਤੁਰਦੀ ਕੁੜੀ ਦੀ ਉਦਾਸੀ ਜੀ ਛਾ ਜਾਂਦੀ ਆ, ਰੌਣਕ ਨਹੀਂ ਰਹਿੰਦੀ। ਤੇਰੇ ਸਰੀਰ ਤੇ ਰੌਣਕ ਨਹੀਂ ਰਹਿਣੀ ਜਿੱਦਣ ਜਿੰਦ ਵਿਆਹ ਕੇ ਲੈ ਗਿਆ ਲਾੜਾ ਬਣ ਕੇ ਮੌਤ ਦਾ ਫਰਿਸ਼ਤਾ ਜਦੋਂ ਆਊਗਾ। ਰੌਣਕ ਨਹੀਂ ਰਹਿਣੀ, ਕਾਲਾ ਹੋ ਜਾਂਦਾ ਸਰੀਰ। ਇਸ ਕਰਕੇ ਰੌਣਕ ਨਹੀਂ ਰਹਿੰਦੀ। ਰੌਣਕ ਕਾਹਦੀ ਆ? ਖੁਸ਼ਬੂ ਕਾਹਦੀ ਆ? ਵਿੱਚ ਜਿਹੜੀ ਆਤਮਾ ਰਹਿੰਦੀ ਆ। ਜਦੋਂ ਫੁੱਲਾਂ ਚੋਂ ਖਿੱਚ ਲੈਂਦਾ ਫੁੱਲ ਕੁਮਲਾ ਜਾਂਦੇ ਨੇ, ਕਿਸੇ ਜਾਨਵਰ ਤੋਂ ਖਿੱਚ ਲੈਂਦਾ ਬਦਬੂ ਆਉਣ ਲੱਗ ਜਾਂਦੀ, ਉਹਨੂੰ ਦਫਨਾਉਣਾ ਪੈਂਦਾ। ਬੰਦਾ ਵੀ ਐਵੇਂ ਹੀ ਆ, ਜਦੋਂ ਵਿੱਚ ਖਿੱਚ ਲੈਂਦਾ ਜੋਤ ਸੜਾਂ ਪੈਦਾ ਹੋ ਜਾਂਦੀ ਹੈ। ਸਾਰਾ ਨੂਰ ਰੱਬ ਦੀ ਆਤਮਾ ਦਾ ਹੈ ਬੰਦੇ 'ਚ। ਨਹੀਂ ਬੰਦਾ ਗੰਦਗੀ ਦਾ ਢੇਰ ਹੈ। ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਇਵੇਂ ਕਹਿੰਦੇ ਹੁੰਦੇ ਮਹਾਂਪੁਰਸ਼, ਧਾਰਨਾ ਪੜ੍ਹਦੇ ਨੇ ਇੱਕ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਗੰਦਾ ਨਾ ਕਹੋ, ਗੰਦਿਆਂ ਤੋਂ ਵੀ ਗੰਦਾ ਹੈ ਬੰਦਾ। ਅਸ਼ਟ ਜਮ ਹੈ ਕੀ ਆ? ਇਹ ਲੀਪਾ ਪੋਚੀ ਕੀਤੀ ਆ, ਥੱਲੇ ਮੈਝ ਆ, ਸਰੀਰ ਦੇ ਖੂਨ ਆ, ਮਾਸ ਆ। ਜੇ ਦੇਖਿਆ ਜਾਵੇ ਗੰਦਗੀ ਹੈ ਨਾਸਕਾ ਦੇ ਵਿੱਚ, ਕੰਨਾਂ ਦੇ ਵਿੱਚ ਮੈਲ, ਅੱਖਾਂ ਦੇ ਵਿੱਚ, ਸਭ ਅੰਦਰ ਵਿਸ਼ਟਾ ਹੀ ਵਿਸ਼ਟਾ ਹੈ।
इस करके ना बंदे को सिर्फ एक हंकार, असल विच चीज़ां कोई तैयार कर रहा, मोहरां ये ला रहा। बंदे का काम की आ? मोहर लाउणी। मोहर काहदी है? जिवें ब्रांड हुंदे आ, एडीडास आ, नाइक आ, अलग अलग ब्रांड ने, इहदे कोल मोहर आ मैं दी। दात जोत सब सूरत तेरी, बहुत सियाणप हौमे मेरी। दात भी तेरी आ हवा पानी, ये दातां ने। हवा पानी आकाश धरती ये सब तेरियां ने। जोत आत्मा तेरी आ, सूरत नैण नक्श तेरे ने। फिर साडा की आ? वो कहंदे दसदे हाँ, बहुत सियाणप हौमे मेरी। साडी सियाणप आ, होर साडे पल्ले कख भी नहीं। साडे कोल मैं दी एक मोहर फड़ी हत्थ विच, जिहड़ी चीज़ देखदे हो ते ला दिंदे आ, जिहड़ी चीज़ देखदे हो ते ला दिंदे आ। इस करके गुरु महाराज कहंदे ने, बंदा बल अपनो कर मानै, जियो पिंड साज जिन रचिया। अपने आप नूं वड्डा मनदा, रब नूं कुछ नहीं मनदा। पाप करूगा काहदी खातर? जेवा स्वाद। ਜਿਹਵਾ जिथे भी शब्द आउंदा गुरु च ਉਹਦੇ अर्थ हुंदे ने जीव। जीव दे स्वाद की खातर गले वढ़ दूगा। लोभ मद मातो, लालच की खातर पाप करूगा। दे कबाड़ अनक पढ़दे मैं, परदारा संग फाकै। बूहा ला के, दरवाजा भेड़ के ते खिड़कियां करके बंद, परदे करके व्यभिचारी बनता, दुराचारी बनता, चरित्रहीन बन जाता। दोनों की गल कर रहे हैं महाराज। इस्त्री मर्द दोनों ही चरित्रहीन हो सकते हैं। जे इकल्ला मर्द नहीं आप कह सकते चरित्रहीन, वो तां ही होगा जे कोई इस्त्री आ। इस्त्री कल्ली किवें हो जू? कोई मर्द होगा। ताड़ी एक हथ नाल नहीं, दोनों हत्थां नाल ही वजदी है, जिवें सियाणे कहते हैं। इस करके कल्ली औरत किवें चरित्रहीन हो जूगी? कोई मर्द होगा तां ही होई आ। कोई इस्त्री किवें हो जूगी? कोई मर्द किवें हो जूगा? कल्ला नहीं हो सकता। इस करके बंदा बहुत पाप कमाउंदा। पर जदों अमलां दे नवेड़ हुंदे ने, उदों फिर लेखा जोखा उगड़ के बाहर आ जाता। चित्र गुप्त जब लेखा मांगे तब कौन पढ़दा तेरा ढाके। वो चीज़ां जिहड़ियां लुको के कीतियां सन, वो सारियां बाहर आ जांदियां ने। फिर वो गुरु साहब अगे बेनतियां कर रहे ने कि मैनू यह चीज़ों तो बचा लो, मैनू इहो जे संसार तो बचाओ। काढ़ लिहो संसार सागर में, नानक प्रभ शरण में। हे वाहिगुरु जी, मैं लोभ दे विच नहीं जिंदगी कढ़नी चाहुंदा। मैं अपनी जिंदगी नूं तबाह नहीं करना। मसा मसा मिली है, मेरी जिंदगी नूं सोहना बनाओ महाराज। मैनू समत दिओ, मैं तुहाडे चरनां नाल जुड़िया रहां। ये गुरु अर्जन देव जी ने सिक्ख्या दी है। पल्ले बन के लेके जाइए। 4 दिनों का मेला है दुनिया, ये जो दुनिया शहर मेला। दस्तगिरी ना है, हथ पल्ले पैण वाली कोई चीज़ नहीं। दस्तगिरी हुंदी आ कोई चीज़ पल्ले पै रही है तुहाडे। ये पल्ले पैण वाली, हथ पल्ले पैण वाली कोई चीज़ नहीं जो दुनिया च। ये जो दुनिया शहर मेला, दस्तगिरी नाहे बंदे खोज, दिल हर रोज ना फिर परेशानी माए। इस करके थोड़ा थोड़ा आपदे आप नाल बैठना जरूरी है। थोड़ा थोड़ा दिन दे विचों टाइम कढ़ के गुरु कोल आउणा बड़ा जरूरी है। इस करके गुरु महाराज किरपा करन, साडी जिंदगी भी इवें दी ना बन जावे कि असीं अपने आप नूं आप तबाह कर लीए। गुरु दे प्यार विच आके जिहड़े दिन बचे हन जिंदगी जिन्नी का सोहणे तरीके नाल कढ़ के जाइए, निमरता च रहिए। आओ हुण आपां प्यार सहित वाहिगुरु नूं याद करके आपदी बेरंगी जी जिंदगी विच नाम दा रंग भर के अकाल पुरख नूं चेते करिए जी। वाहे गुरु वाहे गुरु
ਵਾਹਿਗੁਰੂ ਦੇਹੋ ਸੱਜਣੇ ਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ